Hello students. Now today we will discuss lesson 6 Early Kingdoms in India. ਭਾਰਤ ਵਿੱਚ ਮੁੱਢਲੇ ਰਾਜ ਜਾਂ ਫਿਰ ਜੋ ਭਾਰਤ ਵਿੱਚ ਜੋ ਪਹਿਲਾਂ ਜੋ ਕਿੰਗਡਮਸ ਸੀਗੇ ਉਹ ਕਿਸ ਤਰ੍ਹਾਂ ਦੇ ਸੀ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਪੜਾਂਗੇ ਇਸ ਲੈਸਨ ਦੇ ਵਿੱਚ। The development of kingdoms started in India around 2500 years ago. ਭਾਰਤ ਵਿੱਚ ਰਾਜਾਂ ਦੇ ਵਿਕਾਸ ਦੀ ਸ਼ੁਰੂਆਤ ਲਗਭਗ 2500 ਸਾਲ ਪਹਿਲਾਂ ਹੋਈ ਸੀ। Most of them developed in the Ganga Valley. ਇਹਨਾਂ ਵਿੱਚੋਂ ਜ਼ਿਆਦਾਤਰ ਵਿਕਾਸ ਗੰਗਾ ਘਾਟੀ ਵਿੱਚ ਹੋਇਆ ਸੀ। These kingdoms had well-defined territories and governments. ਇਹਨਾਂ ਰਾਜਾਂ ਦੇ ਪ੍ਰਦੇਸ਼ ਅਤੇ ਸਰਕਾਰਾਂ ਚੰਗੀ ਤਰ੍ਹਾਂ ਪਰਿਭਾਸ਼ਿਤ ਸਨ। Big and powerful empires grew out of these kingdoms. ਇਹਨਾਂ ਰਾਜਾਂ ਵਿੱਚੋਂ ਵੱਡੇ ਅਤੇ ਸ਼ਕਤੀਸ਼ਾਲੀ ਸਾਮਰਾਜ ਬਣੇ ਤੇ ਅੱਗੋਂ ਉਹ ਉਹਨਾਂ ਦੇ ਵਿੱਚ ਵਾਧਾ ਹੋਇਆ। Rulers in the past. ਅਤੀਤ ਵਿੱਚ ਸ਼ਾਸਕ। ਪਹਿਲੇ ਜੋ ਰੂਲਰਸ ਸੀਗੇ ਜੋ ਸ਼ਾਸਨ ਕਰਨ ਵਾਲੇ ਸ਼ਾਸਕ ਸੀਗੇ ਉਹ ਕਿਸ ਤਰ੍ਹਾਂ ਦੇ ਸੀ। ਫੋਰ ਦ ਲਾਸਟ 60 years ਪਿਛਲੇ 60 ਸਾਲਾਂ ਤੋਂ ਵੀ ਹੈਵ ਬੀਨ ਚੂਜ਼ਿੰਗ ਅਵਰ ਰੂਲਰਸ ਬਾਏ ਦ ਸਿਸਟਮ ਆਫ ਵੋਟਿੰਗ। ਅਸੀਂ ਵੋਟਿੰਗ ਪ੍ਰਣਾਲੀ ਦੁਆਰਾ ਆਪਣੇ ਸ਼ਾਸਕਾਂ ਦੀ ਚੋਣ ਕਰ ਰਹੇ ਹਾਂ। ਬਟ ਇਨ ਦ ਪਾਸਟ ਪਰ ਪਿਛਲੇ ਸਮੇਂ ਵਿੱਚ ਇਟ ਵਾਸ ਨਾਟ ਲਾਈਕ ਦੈਟ ਅਜਿਹਾ ਨਹੀਂ ਸੀ। ਹੁਣ ਜਦੋਂ ਆਪਾਂ ਦੇਖਦੇ ਹਾਂ ਕਿ ਵੋਟਿੰਗ ਹੁੰਦੀ ਹੈ ਤਾਂ ਹੀ ਕੋਈ ਚੁਣਿਆ ਜਾਂਦਾ ਹੈਡ ਜਾਂ ਮਿਨਿਸਟਰਸ ਹੈ ਨਾ ਵੋਟਿੰਗ ਕਰਕੇ ਹੀ ਚੁਣੇ ਜਾਂਦੇ ਨੇ। ਪਰ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਅਜਿਹਾ ਨਹੀਂ ਸੀ। ਇਨ ਦ ਅਰਲੀ ਡੇਜ਼ ਮੁੱਢਲੇ ਸਮੇਂ ਵਿੱਚ ਕਿੰਗਸ ਵਰ ਪ੍ਰੋਬੇਬਲੀ ਚੂਜ਼ਨ ਬਾਏ ਜਨ ਦ ਪੀਪਲ। ਸੋ ਮੁੱਢਲੇ ਸਮੇਂ ਵਿੱਚ ਰਾਜਾ ਜਨ ਦੁਆਰਾ ਚੁਣਿਆ ਜਾਂਦਾ ਸੀ ਜਾਂ ਫਿਰ ਪੀਪਲ ਲੋਕ। ਬਟ ਦ ਐਂਟਾਇਰ ਸਟੋਰੀ ਚੇਂਜਡ ਅਰਾਊਂਡ 3000 ਈਅਰਸ ਅਗੋ। ਪਰ ਪੂਰੀ ਕਹਾਣੀ ਲਗਭਗ 3000 ਸਾਲ ਪਹਿਲਾਂ ਬਦਲ ਗਈ। ਡਿਊਰਿੰਗ ਦਿਸ ਟਾਈਮ ਸੋ ਇਸ ਸਮੇਂ ਦੌਰਾਨ some men become recognized as rajas by performing very big sacrifices. ਇਸ ਸਮੇਂ ਦੌਰਾਨ ਕੁਝ ਆਦਮੀ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਰਾਜਾ ਵਜੋਂ ਮਾਨਤਾ ਪ੍ਰਾਪਤ ਹੋਏ ਯਾਨੀ ਕਿ ਰਾਜਾ ਬਣ ਗਏ। Now next is sources. ਸਰੋਤ। Vedic texts are the main source of information of this period. ਸੋ ਕਹਿੰਦੇ ਕਿ ਜੋ ਵੈਦਿਕ ਪਾਠ ਹਨ ਉਹ ਇਸ ਸਮੇਂ ਦੀ ਜਾਣਕਾਰੀ ਦਾ ਮੁੱਖ ਸਰੋਤ ਹਨ। The Buddhist texts such as the Jatka tales also refers to the Janapadas and Mahajanapadas which existed during this age. ਬੋਧੀ ਧਰਮ ਗ੍ਰੰਥ ਜਿਵੇਂ ਕਿ ਜਟਕਾ ਟੇਲਸ ਕੀ ਹੁੰਦਾ ਹੈ ਕਥਾਵਾਂ ਕਹਾਣੀਆਂ। ਤਾਂ ਜਟਕਾ ਦੀਆਂ ਕਹਾਣੀਆਂ ਜਾਂ ਕਥਾਵਾਂ ਵਿੱਚ ਜਨਪਦ ਅਤੇ ਮਹਾਜਨਪਦਾਸ ਦਾ ਵੀ ਸੰਕੇਤ ਹੈ ਜੋ ਇਸ ਯੁੱਗ ਵਿੱਚ ਮੌਜੂਦ ਸਨ which existed during this age. Now next use of iron. ਹੁਣ ਅਸੀਂ ਗੱਲ ਕਰਾਂਗੇ ਕਿ ਲੋਹੇ ਦੀ ਵਰਤੋਂ ਕਿਸ ਤਰ੍ਹਾਂ ਸ਼ੁਰੂ ਹੋਈ। This period saw an increasing use of iron implements and tools. ਇਸ ਸਮੇਂ ਵਿੱਚ ਲੋਹੇ ਦੇ ਉਪਕਰਨਾਂ ਅਤੇ ਸੰਦਾਂ ਦੀ ਵੱਧਦੀ ਵਰਤੋਂ ਵੇਖੀ ਗਈ। These implements and tools were stronger and made work easy and fast. ਇਹ ਉਪਕਰਣ ਜੋ ਸਾਧਨ ਸੀ ਤੇ ਉਪਕਰਣ ਸਨ ਇਹ ਮਜ਼ਬੂਤ ਸਨ ਅਤੇ ਕੰਮ ਨੂੰ ਸੌਖਾ ਅਤੇ ਤੇਜ਼ ਬਣਾਉਂਦੇ ਸਨ। Iron axes were used to clear forests and larger settlements developed. ਸੋ ਕਹਿੰਦੇ ਲੋਹੇ ਦੇ ਕੁਹਾੜੇ ਜੰਗਲਾਂ ਨੂੰ ਸਾਫ਼ ਕਰਨ ਅਤੇ ਵੱਡੀਆਂ ਬਸਤੀਆਂ ਨੂੰ ਵਿਕਸਿਤ ਕਰਨ ਲਈ ਵਰਤੇ ਜਾਂਦੇ ਸਨ। Small territories were now larger kingdoms. ਛੋਟੇ ਪ੍ਰਦੇਸ਼ ਹੁਣ ਵੱਡੇ ਰਾਜ ਬਣ ਗਏ ਸਨ। Small jans developed into larger janapadas. ਛੋਟੇ ਪ੍ਰਦੇਸ਼ ਹੁਣ ਵੱਡੇ ਰਾਜ ਸਨ ਤੇ ਛੋਟੇ ਜਨ ਵੱਡੀਆਂ ਜਨਪਦਾਂ ਵਿੱਚ ਵਿਕਸਿਤ ਹੋ ਗਏ ਸਨ। Now next ਹੈ ਜਨਾਪਦਾਸ। We had already read that the Aryans settled down in janas or tribes. ਅਸੀਂ ਪਹਿਲਾਂ ਹੀ ਇਹ ਪੜ੍ਹ ਚੁੱਕੇ ਹਾਂ ਕਿ ਆਰੀਅਨ ਜਨ ਜਾਂ ਕਬੀਲਿਆਂ ਵਿੱਚ ਵਸ ਗਏ ਸਨ। Gradually ਜਿਵੇਂ ਕਿ ਆਮ ਤੌਰ 'ਤੇ these janas grew big and powerful and came to be known as ਜਨਾਪਦਾਸ। ਜਿਵੇਂ ਕਿ ਆਮ ਤੌਰ 'ਤੇ ਇਹ ਜਨ ਵੱਡੇ ਅਤੇ ਸ਼ਕਤੀਸ਼ਾਲੀ ਬਣਦੇ ਰਹੇ ਅਤੇ ਜਨਪਦਾਸ ਵਜੋਂ ਜਾਣੇ ਜਾਂਦੇ ਸਨ। The word Janapada literally means the land where the Jan set its foot and settled down. ਜਨਪਦ ਸ਼ਬਦ ਦਾ ਸ਼ਾਬਦਿਕ ਅਰਥ ਉਹ ਧਰਤੀ ਹੈ ਜਿੱਥੇ ਜਨ ਨੇ ਆਪਣਾ ਪੈਰ ਜਮਾ ਲਿਆ ਅਤੇ ਆ ਕੇ ਵਸ ਗਏ। ਜਨ ਕੀ ਸੀ? ਪੀਪਲ। The rulers who controlled big areas and performed Ashwamedha sacrifices. ਹੁਣ ਕਹਿੰਦੇ ਉਹ ਸ਼ਾਸਕ ਜਿਨ੍ਹਾਂ ਨੇ ਵੱਡੇ ਇਲਾਕਿਆਂ 'ਤੇ ਨਿਯੰਤਰਣ ਕੀਤਾ ਅਤੇ ਅਸ਼ਵਮੇਧ ਦੀਆਂ ਕੁਰਬਾਨੀਆਂ ਦਿੱਤੀਆਂ were recognized as rajas of janapadas. ਤਾਂ ਉਹਨਾਂ ਨੂੰ ਜਨਪਦ ਦੇ ਰਾਜਾ ਮੰਨਿਆ ਗਿਆ। ਜੋ ਲੋਕ ਸੀ ਜਨ ਸੀ ਹੈ ਨਾ ਜਿੱਥੇ ਉਹਨਾਂ ਨੇ ਆਪਣਾ ਪੈਰ ਸੰਭਾਲਿਆ ਉੱਥੋਂ ਦਾ ਇੱਕ ਰਾਜਾ ਵੀ ਹੁੰਦਾ ਸੀ। ਸੋ ਜਿਸ ਨੇ ਇੱਕ ਵੱਡੇ ਇਲਾਕੇ 'ਤੇ ਨਿਯੰਤਰਣ ਕਰ ਲਿਆ ਉਸ ਨੂੰ
ਕੀ ਕਰ ਦਿੰਦੇ ਸੀ, ਉਸ ਜਨਾਂ ਦਾ ਲੋਕਾਂ ਦਾ ਰਾਜਾ ਥਾਪ ਦਿੰਦੇ ਸੀ ਵੀ ਉਹ ਰਾਜਾ ਬਣ ਜਾਂਦਾ ਸੀਗਾ, ਉਸਨੂੰ ਮੰਨਿਆ ਜਾਂਦਾ ਸੀ ਰਾਜਾ, ਠੀਕ ਹੈ, ਜੋ ਆਪਣੇ ਕੰਟਰੋਲ ਦੇ ਵਿੱਚ ਲਿਆਂਦਾ ਸੀ। ਨਾਓ archaeologists found a number of settlements in these janapadas such as Atranjikhera near Eta, Hastinapur near Meerut यानी कि both in उत्तर प्रदेश एंड पुराना किला इन दिल्ली। पुरातत्व विग्यानियों ने है ना इन्हां जनपदां विच बहुत सारिया बस्तियां मिलियां, उन्होंने पुरातत्व विग्यानियों को मिलियां काफ़ी बस्तियां, जिमें कि ईटा नेड़े अतरंजखेड़ा, हस्तिनापुर जो है मेरठ के नेड़े हस्तिनापुर और दिल्ली के विच पुराना किला, इत्थे इन्हां नूं मिलियां। Archaeologists also discovered that people kept cattle as well as other animals and lived in huts. So पुरातत्व विग्यानियों ने यह भी पाया कि लोग पशुओं के नाल होर जानवरों भी रखते सन और झोपड़ियां विच रहंदे सन। They also grew several crops like pulses, barley, wheat, rice, sesame, mustard and sugar cane. उन्होंने कई फसलां जिमें दालां, जौ, कणक, चावल, तिल, सरों और गन्ने भी उगाए। They were good at making earthen pots of grey and red colours. ਉਹ ਸਲੇਟੀ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਬਣਾਉਣ ਦੇ ਵਿੱਚ ਚੰਗੇ ਸਨ, ਮਤਲਬ ਬਹੁਤ ਵਧੀਆ ਬਣਾ ਲੈਂਦੇ ਸੀ। One unique type of pottery found at these sites is known as painted grey ware. ਸੋ ਕਹਿੰਦੇ ਕਿ ਇਹਨਾਂ ਸਾਈਟਾਂ 'ਤੇ ਹੁਣ ਅਸੀਂ ਦੇਖਿਆ ਕਿ ਸਲੇਟੀ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਬਣਾਉਣ ਦੇ ਵਿੱਚ ਉਹ ਚੰਗੇ ਸਨ, ਜੋ ਇਹਨਾਂ ਜਗ੍ਹਾਵਾਂ 'ਤੇ ਉਹਨਾਂ ਨੂੰ ਥਾਵਾਂ 'ਤੇ ਮਿਲੇ। ਸੋ ਵਿਲੱਖਣ ਕਿਸਮ ਦੇ ਭਾਂਡਿਆਂ ਨੂੰ ਪੇਂਟ ਕੀਤੇ ਸਲੇਟੀ ਵਜੋਂ ਜਾਣਿਆ ਜਾਂਦਾ ਹੈ, ਪੇਂਟਡ ਗ੍ਰੇ ਵੇਅਰ, ਠੀਕ ਹੈ, ਯਾਨੀ ਕਿ ਪੇਂਟ ਕੀਤਾ ਹੋਇਆ ਸਲੇਟੀ ਰੰਗ ਦਾ ਭਾਂਡਾ। ਵੇਅਰ ਕੀ ਹੁੰਦਾ, ਭਾਂਡਾ। ਸੋ ਥੀਸ ਗ੍ਰੇ ਪੋਟਸ ਹੈਡ ਪੇਂਟਡ ਡਿਜ਼ਾਈਨਸ ਲਾਈਕ ਜਿਓਮੈਟ੍ਰਿਕ ਪੈਟਰਨਸ ਐਂਡ ਸਿੰਪਲ ਲਾਈਨਸ। ਸੋ ਇਹਨਾਂ ਸਲੇਟੀ ਬਰਤਨਾਂ ਵਿੱਚ ਰੇਖਾ ਚਿੱਤਰਾਂ, ਜਿਓਮੈਟ੍ਰਿਕ ਪੈਟਰਨ ਅਤੇ ਸਧਾਰਨ ਲਾਈਨਾਂ ਸਨ। Now here are MCQs. Tick the correct option. First is dash texts are the main source of information of this period. So इस युग दे main स्रोत केड़े text केड़ा पाठ, जन, अश्वमेधा और वैदिक। वैदिक जन तो पीपल हो गए, अश्वमेधा की सी वो तो एक सैक्रिफाइस सी, एंड वैदिक की है, वैदिक टेक्स्ट आर द मेन सोर्स ऑफ इंफॉर्मेशन ऑफ दिस पीरियड। इस युग का मुख्य स्रोत सी जानकारी। सेकंड है वन यूनिक टाइप ऑफ पॉटरी फाउंड एट दीज साइट्स इज नोन एज। एक विलक्षण किस्म के जो भांडे इत्थे पाए गए सन इन्हां थावां ते, उन्हां नूं की कहा जांदा सी, की कहंदे उन्हां नूं PWG यानी कि पेंटेड वेयर ग्रे, GPW ग्रे पेंटेड वेयर और PGW पेंटेड ग्रे वेयर। So answer is painted grey ware. Now next is Mahajanpadas. So इसमें बात करेंगे Mahajanpadas बारे। Historians suggest that around 2500 years ago some Janapadas became more important and powerful than the others and were called Mahajanapadas. ਹੁਣ Mahajanapadas की कौन सा इतिहासकार सुझाव देंदे हन कि लगभग 2500 साल पहला कुछ जनपद होरां नालों वधेरे महत्वपूर्ण ਅਤੇ शक्तिशाली बन गए। ਉਹ ਜਿਹੜੇ ਜਨਪਦ ਸੀਗੇ ਉਹੀ ਸ਼ਕਤੀਸ਼ਾਲੀ ਬਣ ਗਏ, ਤੇ ਜਿਹੜੇ ਜ਼ਿਆਦਾ ਸ਼ਕਤੀਸ਼ਾਲੀ ਜਦੋਂ ਬਣ ਗਏ ਤਾਂ ਉਹਨਾਂ ਨੂੰ ਕੀ ਕਿਹਾ ਗਿਆ, ਮਹਾਜਨਪਦਾਸ ਕਹਿੰਦੇ ਸਨ। ਠੀਕ, देयर वर अराउंड 60 महाजनपदास in the Ganga Valley in the 6th century BC। 6ਵੀਂ ਸਦੀ BC ਵਿੱਚ ਗੰਗਾ ਘਾਟੀ ਵਿੱਚ ਲਗਭਗ 16 ਮਹਾਜਨਪਦ ਸਨ, ਜੋ ਬਹੁਤ ਮਹੱਤਵਪੂਰਨ ਸਨ ਲੋਕ। Now they were named after the ruling or the most important tribes in the area। ਉਹਨਾਂ ਦਾ ਨਾਲ ਉਹਨਾਂ ਦੇ ਜੋ ਨਾਲ ਸੱਤਾਧਾਰੀ ਜਾਂ ਖੇਤਰ ਸਭ ਤੋਂ ਮਹੱਤਵਪੂਰਨ ਕਬੀਲਿਆਂ ਦੇ ਨਾਮ ਤੇ ਰੱਖਿਆ ਗਿਆ ਸੀ, ਉਹਨਾਂ ਦਾ ਜੋ ਨਾਮ ਸੀ। Two types of political systems prevailed in the Mahajanapadas। ਦੋ ਪ੍ਰਕਾਰ ਦੇ ਰਾਜਨੀਤਿਕ ਪ੍ਰਣਾਲੀਆਂ ਮਹਾਜਨਪਦਾਸ ਵਿੱਚ ਪ੍ਰਬਲ ਸਨ। ਸੋ ਪਹਿਲਾ ਪੋਲੀਟੀਕਲ ਸਿਸਟਮ ਟੂ ਪਾਰਟਸ ਦੇ ਵਿੱਚ ਕੀਤਾ ਗਿਆ ਉਸਨੂੰ, ਇੱਕ ਤਾਂ ਰਿਪਬਲਿਕ, तो सेकंड है मोनार्की। तो रिपब्लिक, दिस काइंड ऑफ महाजनपदास was ruled by a group of people elected by the people of that tribe।
ਸੋ ਕਹਿੰਦੇ ਕਿ ਇਸ ਤਰ੍ਹਾਂ ਦੇ ਜੋ ਰਿਪਬਲਿਕ ਸਨ, ਇਸ ਤਰ੍ਹਾਂ ਦੇ ਜੋ ਇਸ ਕਾइंड ਦੇ ਸੋ ਹੁਣ ਪਹਿਲਾਂ ਅਸੀਂ ਗੱਲ ਕਰਾਂਗੇ ਰਿਪਬਲਿਕ ਦੇ ਵਿੱਚ। ਇਸ ਵਿੱਚ ਕੀ ਹੁੰਦਾ ਸੀਗਾ, ਇਹ ਉਸ ਤਰ੍ਹਾਂ ਦੇ ਮਹਾਜਨਪਦ ਕੀ ਹੁੰਦੇ ਸੀ ਕਿ ਉਹੀ ਰੂਲ ਕਰਦੇ ਸੀ ਜੋ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਉਸ ਟਰਾਈਬ ਦੇ, ਉਸ ਕਬੀਲੇ ਦੇ ਲੋਕਾਂ ਦੁਆਰਾ ਹੀ ਇੱਕ ਚੁਣਿਆ ਜਾਂਦਾ ਸੀ। ਮਹੱਤਵਪੂਰਨ ਜੋ ਉਹਨਾਂ ਵਿੱਚੋਂ ਹੁੰਦਾ ਸੀ ਉਸਨੂੰ ਚੁਣਦੇ ਸੀ। ਐਗਜ਼ਾਮਪਲ ਸਕਿਆ। ਨੈਕਸਟ ਹੈ ਮੋਨਾਰਕੀ। ਮੋਨਾਰਕੀ ਦੇ ਵਿੱਚ ਕੀ ਸੀ, ਇਨ ਦਿਸ ਕਾइंड ਆਫ ਸਿਸਟਮ, ਇਸ ਪ੍ਰਣਾਲੀ ਦੇ ਵਿੱਚ ਦ ਸਨ, ਪੁੱਤਰ, ਸਕਸੀਡਡ ਹਿਜ਼ ਫਾਦਰ, ਉਹੀ ਆਪਣੇ ਫਾਦਰ ਦੀ, ਆਪਣੇ ਪਿਤਾ ਦੀ ਗੱਦੀ ਦੇ ਉੱਤੇ ਬੈਠਦਾ ਸੀ, ਪਿਤਾ ਤੋਂ ਬਾਅਦ ਤਖਤੇ ਤੇ ਬੈਠਦਾ ਸੀ, ਟੂ ਦ ਥਰੋਨ, ਤਖਤੇ ਤੇ ਬੈਠਦਾ ਸੀ ਆਫਟਰ ਹਿਜ਼ ਫਾਦਰ। ਐਗਜ਼ਾਮਪਲ ਮਗਧ। ਨੈਕਸਟ, ਮੋਸਟ ਮਹਾਜਨਪਦਾਸ ਹੈਡ ਮੋਨਾਰਕਿਕਲ ਸਿਸਟਮ। ਸੋ ਕਹਿੰਦੇ ਕਿ ਜ਼ਿਆਦਾਤਰ, ਬਹੁਤੇ ਮਹਾਜਨਪਦਾਂ ਵਿੱਚ ਇੱਕ ਰਾਜਤੰਤਰ ਪ੍ਰਣਾਲੀ ਸੀ। ਈਚ ਮਹਾਜਨਪਦ ਹੈਡ ਅ ਕੈਪੀਟਲ ਸਿਟੀ, ਹਰ ਮਹਾਜਨਪਦ ਦੀ ਰਾਜਧਾਨੀ ਹੁੰਦੀ ਸੀ। ਮੋਸਟ ਆਫ ਦ ਮਹਾਜਨਪਦਾਸ ਵਰ ਫੋਰਟੀਫਾਈਡ, ਜ਼ਿਆਦਾਤਰ ਮਹਾਜਨਪਦ ਕਿਲੇ ਦੇ ਬਣੇ ਸਨ। ਫੋਰਟਸ ਵਰ ਬਿਲਟ ਟੂ ਪ੍ਰੋਟੈਕਟ ਪੀਪਲ ਫਰੋਮ ਅਟੈਕਸ ਆਫ ਅਦਰ ਕਿੰਗਸ। ਸੋ ਕਹਿੰਦੇ ਕਿ ਲੋਕਾਂ ਨੂੰ ਦੂਜੇ ਰਾਜਿਆਂ ਦੇ ਹਮਲੇ ਤੋਂ ਬਚਾਉਣ ਲਈ, ਹੈ ਨਾ, ਫੋਰਟਸ ਵਰ ਬਿਲਟ ਟੂ ਪ੍ਰੋਟੈਕਟ ਪੀਪਲ ਫਰੋਮ ਅਟੈਕਸ ਆਫ ਅਦਰ ਕਿੰਗ, ਦੂਸਰੇ ਰਾਜਾ ਤੋਂ ਬਚਾਉਣ ਲਈ ਫੋਰਟਸ, ਕਿਲੇ ਬਣੇ ਗਏ ਸਨ, ਬਣਵਾਏ ਗਏ ਸਨ। ਇਟ ਇਜ਼ ਆਲਸੋ ਪੋਸੀਬਲ ਦੈਟ ਸਮ ਰੂਲਰਸ ਡਿਸਪਲੇਡ देयर ਪਾਵਰ ਬਾय ਬਿਲਡਿੰਗ ਹਿਊਜ ਫੋਰਟੀਫਿਕੇਸ਼ਨਸ ਅਰਾਊਂਡ देयर ਸਿਟੀ। ਇਹ ਵੀ ਸੰਭਵ ਸੀ ਕਿ ਕੁਝ ਸ਼ਾਸਕਾਂ ਨੇ ਆਪਣੇ ਸ਼ਹਿਰਾਂ ਦੇ ਦੁਆਲੇ ਵਿਸ਼ਾਲ ਕਿਲੇ ਬਣਾ ਕੇ ਆਪਣੀ ਸ਼ਕਤੀ ਪ੍ਰਦਰਸ਼ਿਤ ਕੀਤੀ, ਦਿਖਾਇਆ ਉਹਨਾਂ ਨੇ ਆਪਣਾ ਪਾਵਰ। ਇਟ ਵਾਜ਼ ਈਜ਼ੀ ਫॉर द ਕਿੰਗ ਟੂ ਕੰਟਰੋਲ ਪੀਪਲ ਲਿਵਿੰਗ ਇਨਸਾਈਡ ਦ ਫੋਰਟੀਫਾਈਡ ਏਰੀਆ। ਸੋ ਰਾਜੇ ਲਈ ਗੜ੍ਹ ਵਾਲੇ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਨੂੰ ਕਾਬੂ ਕਰਨਾ ਸੌਖਾ ਸੀ। These fortifications required a huge amount of money, labor and resources. So ਇਹਨਾਂ ਗੜ੍ਹਾਂ ਨੂੰ ਭਾਰੀ ਪੈਸਾ, ਕਿਰਤ ਅਤੇ ਸਾਧਨਾਂ ਦੀ ਲੋੜ ਸੀ। At that time, certain important developments took place. So ਉਸ ਸਮੇਂ ਕੁਝ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। Rajas began to maintain strong standing. So ਕਹਿੰਦੇ ਕਿ ਰਾਜੇ ਨੇ ਮਜ਼ਬੂਤ ਖੜੀਆਂ ਫੌਜਾਂ ਬਣਾਈ ਰੱਖਣੀਆਂ ਸ਼ੁਰੂ ਕਰ ਦਿੱਤੀਆਂ। Salaries were paid to the soldiers and all the expenses were maintained by the king all over the year. So ਸਿਪਾਹੀਆਂ ਨੂੰ ਤਨਖਾਹ ਦਿੱਤੀ ਜਾਂਦੀ ਸੀ ਅਤੇ ਸਾਰਾ ਖਰਚਾ ਸਾਰਾ ਸਾਲ ਰਾਜੇ ਦੁਆਰਾ ਹੀ ਸੰਭਾਲਿਆ ਜਾਂਦਾ ਸੀ, ਵੀ ਰਾਜੇ ਦਾ ਹੀ ਹੁੰਦਾ ਸੀ। Punch marked coins began to be used in the form of new currency. ਪੰਜ ਦੇ ਨਿਸ਼ਾਨੇ ਵਾਲੇ ਸਿੱਕੇ ਨਵੀਂ ਮੁਦਰਾ ਦੇ ਰੂਪ ਵਿੱਚ ਵਰਤੇ ਜਾਣੇ ਸ਼ੁਰੂ ਹੋਏ। ਨਾਓ ਨੈਕਸਟ ਹੈ ਵੰਡਰਫੁਲ ਟੂ ਨੋ, ਅਸ਼ਵਮੇਧਾ ਵਾਜ਼ ਅ ਬਿਗ ਸੈਕਰੀਫਾਈਸ। ਅਸ਼ਵਮੇਧਾ ਇੱਕ ਵੱਡੀ ਕੁਰਬਾਨੀ ਸੀ। ਦਿਸ ਵਾਜ਼ ਅ ਰਿਚੁਅਲ ਬਾय ਅ ਕਿੰਗ, ਉਹ ਇੱਕ ਰਾਜੇ ਦੁਆਰਾ ਇੱਕ ਰਸਮ ਸੀ। ਇਨ ਵਿਚ ਅ ਹੋਰਸ ਵਾਜ਼ ਲੈਟ ਲੂਜ਼ ਬਾय ਹਿਮ ਟੂ ਵਾਂਡਰ ਫ੍ਰੀਲੀ, ਜਿਸ ਵਿੱਚ ਇੱਕ ਘੋੜਾ ਖੁੱਲ੍ਹ ਕੇ ਭਟਕਣ ਲਈ ਛੱਡ ਦਿੱਤਾ ਜਾਂਦਾ ਸੀ ਰਾਜੇ ਦੇ ਦੁਆਰਾ। ਇੱਕ ਘੋੜੇ ਨੂੰ ਖੋਲ੍ਹ ਦਿੱਤਾ ਜਾਂਦਾ ਸੀਗਾ, ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ ਘੋੜੇ ਨੂੰ। ਸੋ ਉਸਨੂੰ ਕਾਬੂ ਕਰਨਾ ਹੁੰਦਾ ਸੀਗਾ। ਦ ਹੋਰਸ ਵਾਜ਼ ਗਾਰਡਡ ਬਾय ਦ ਕਿੰਗਸ ਮੈਨ, ਘੋੜੇ ਦੀ ਰਾਜੇ ਦੇ ਆਦਮੀਆਂ ਦੁਆਰਾ ਪਹਿਰੇਦਾਰੀ ਕੀਤੀ ਜਾਂਦੀ ਸੀ। ਇਫ ਐਨੀ ਕਿੰਗ ਟਰਾਈ ਟੂ ਸਟਾਪ ਦ ਹੋਰਸ ਇਨ ਹਿਜ਼ ਟੈਰੀਟਰੀ, ਜੇ ਕਿਸੇ ਰਾਜੇ ਨੇ ਆਪਣੇ ਖੇਤ ਵਿੱਚ ਘੋੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, the king had to battle with the king who was performing the Ashwamedha. So ਕਹਿੰਦੇ ਤਾਂ ਰਾਜੇ ਨੂੰ ਉਸ ਰਾਜੇ ਦੇ ਨਾਲ ਲੜਨਾ ਪੈਂਦਾ ਸੀ ਜੋ ਅਸ਼ਵਮੇਧ ਕਰ ਰਿਹਾ ਹੁੰਦਾ ਸੀ। ਠੀਕ ਹੈ। ਸੋ if he allowed to let the horse pass, ਜੇਕਰ ਅਸ਼ਵਮੇਧ ਜਿਹੜਾ ਕਰਦਾ ਨਾ, ਜੇ ਉਸਨੇ ਘੋੜੇ ਨੂੰ ਲੰਘਣ ਦਿੱਤਾ, ਵੀ ਹਾਂ ਵੀ ਜਾਣ ਦਿੱਤਾ, ਨਹੀਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, then it was believed that ਇਹ ਮੰਨਿਆ ਜਾਂਦਾ ਸੀ ਕਿ he had accepted the superiority of the king who wanted to perform the sacrifice। ਤਾਂ ਕੀ ਮੰਨਿਆ ਜਾਂਦਾ ਸੀ ਕਿ ਉਸਨੇ ਰਾਜੇ ਦੀ ਉੱਚਤਾ ਨੂੰ ਸਵੀਕਾਰ ਕਰ ਲਿਆ। ਕਿਸ ਨੇ ਸਵੀਕਾਰ ਕਰ ਲਿਆ? ਜਿਸ ਨੇ ਘੋੜੇ ਨੂੰ ਰੋਕਿਆ ਨਹੀਂ, ਜਾਣ ਦਿੱਤਾ, ਜੋ ਕੁਰਬਾਨੀ ਕਰਨਾ ਚਾਹੁੰਦਾ ਸੀ। ਕਿਸ ਰਾਜੇ ਦੀ ਉੱਚਤਾ ਨੂੰ ਸਵੀਕਾਰ ਕੀਤਾ? ਜੋ ਕੁਰਬਾਨੀ ਕਰਨਾ ਚਾਹੁੰਦਾ ਸੀ, ਜੋ ਘੋੜੇ ਛੱਡਦਾ ਸੀ। ਸੋ ਇਨ ਦਿਸ ਵੇ, ਫਿਰ ਕਹਿੰਦੇ ਕਿ ਇਸ ਤਰੀਕੇ ਨਾਲ, ਇਸ ਤਰ੍ਹਾਂ ਦ ਮਾਈਟ ਆਫ ਦ ਕਿੰਗ ਵਾਜ਼ ਰਿਕੋਗਨਾਈਜ਼। ਸੋ ਇਸ ਤਰੀਕੇ ਨਾਲ ਕੀ ਸੀ, ਵੀ ਰਾਜੇ ਦੀ ਸ਼ਕਤੀ ਦੀ ਪਛਾਣ ਕੀਤੀ ਜਾਂਦੀ ਸੀ। ਥੀਸ ਕਿੰਗਸ
were invited to the sacrifices which was held at the end of the entire process. ਸੋ ਇੱਥੇ ਕੀ ਸੀ, ਇਸ ਸਮੇਂ ਦੌਰਾਨ ਜਦੋਂ ਇਹ ਸਭ ਚੱਲਦਾ ਸੀ ਤਾਂ ਇਹਨਾਂ ਰਾਜਿਆਂ ਨੂੰ ਉਹਨਾਂ ਬਲੀਦਾਨਾਂ ਲਈ ਸੱਦਿਆ ਜਾਂਦਾ ਸੀ ਜੋ ਸਮੁੱਚੀ ਪ੍ਰਕਿਰਿਆ ਦੇ ਅੰਤ ਵਿੱਚ ਹੁੰਦੇ ਸੀ, ਜੋ ਵੀ ਰਸਮ ਕਰਦੇ ਸੀ ਉਹ। all those who came brought gifts for the king, ਉਹ ਸਭ ਜੋ ਵੀ ਆਉਂਦੇ ਰਾਜੇ ਲਈ ਤੋਹਫੇ ਲਿਆਉਂਦੇ ਸਨ। the raja who performed Ashwamedha was a central figure in those rituals. ਸੋ ਕਹਿੰਦੇ ਰਾਜਾ ਜਿਸ ਨੇ ਅਸ਼ਵਮੇਧਾ ਕੀਤਾ ਸੀ ਉਸ ਉਹਨਾਂ ਰਸਮਾਂ ਵਿੱਚ ਕੇਂਦਰੀ ਸ਼ਖਸੀਅਤ ਸੀ। ਟੇਲਸ ਆਫ ਹਿਸ ਗਲੋਰੀ ਵਰ ਚੈਂਟਡ, ਉਸਦੇ ਮਹਿਮਾ ਦੀਆਂ ਕਥਾਵਾਂ ਦਾ ਜਾਪ ਕੀਤਾ ਜਾਂਦਾ ਸੀ। ਕੋਮਨ ਪੀਪਲ ਕੋਲਡ ਵਿਸ਼ ਔਰ ਵੇਸ਼ਾ ਵੁੱਡ ਗਿਵ ਗਿਫਟਸ ਟੂ ਦਾ ਕਿੰਗ, ਆਮ ਲੋਕ ਜਿਨ੍ਹਾਂ ਨੂੰ ਵੈਸ਼ ਜਾਂ ਵੈਸ਼ਾ ਕਹਿੰਦੇ ਸਨ ਰਾਜੇ ਨੂੰ ਤੋਹਫੇ ਦਿੰਦੇ ਸਨ। ਸ਼ੂਦਰਾਸ ਵਰ ਨਾਟ ਅਲਾਉਡ ਟੂ ਪਰਫੋਰਮ ਐਨੀ ਰਿਚੁਅਲ, ਸ਼ੂਦਰਾਂ ਨੂੰ ਕੋਈ ਵੀ ਰਸਮ ਕਰਨ ਦੀ ਇਜਾਜ਼ਤ ਨਹੀਂ ਸੀ। ਨੈਕਸਟ ਟੈਕਸਿਸ, ਹੁਣ ਅਸੀਂ ਗੱਲ ਕਰਾਂਗੇ ਟੈਕਸਿਸ ਯਾਨੀ ਕਿ ਕਰ। ਫੋਰਟੀਫਿਕੇਸ਼ਨਸ ਐਂਡ ਮੇਨਟੇਨਿੰਗ ਲਾਰਜ ਆਰਮੀਜ਼ ਰਿਕੁਆਇਰਡ ਮਨੀ, ਕਿਲਾਬੰਦੀ ਅਤੇ ਵੱਡੀਆਂ ਫੌਜਾਂ ਨੂੰ ਕਾਇਮ ਰੱਖਣ ਲਈ ਪੈਸੇ ਦੀ ਲੋੜ ਹੁੰਦੀ ਸੀ। ਥੀਸ ਕੁਡ ਬੀ ਐਗਜ਼ੀਕਿਊਟਡ ਐਂਡ ਮੇਨਟੇਨਡ ਓਨਲੀ ਵਿਦ ਅ ਰੈਗੂਲਰ ਫਲੋ ਆਫ ਮਨੀ, ਸੋ ਇਹ ਸਿਰਫ ਪੈਸੇ ਦੇ ਹੀ ਇੱਕ ਨਿਯਮਿਤ ਵਹਾਅ ਨਾਲ ਹੀ ਚਲਾਇਆ ਜਾ ਸਕਦਾ ਸੀ ਅਤੇ ਬਣਾਈ ਰੱਖਿਆ ਜਾ ਸਕਦਾ ਸੀ। ਹੈਂਸ ਦ ਰਾਜਾ ਸਟਾਰਟਡ ਕਲੈਕਟਿੰਗ ਰੈਗੂਲਰ ਟੈਕਸਿਸ, ਇਸ ਲਈ ਰਾਜਾ ਨੇ ਨਿਯਮਿਤ ਟੈਕਸ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਆਫਿਸਰਸ ਵਰ ਅਪਾਇੰਟਡ ਬਾਈ ਦ ਰਾਜਾ ਹੂ ਕਲੈਕਟਡ ਟੈਕਸਿਸ ਔਨ ਹਿਸ ਬਿਹਾਫ, ਕਹਿੰਦੇ ਰਾਜਾ ਦੁਆਰਾ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਸੀ ਜਿਸ ਨੇ ਆਪਣੀ ਤਰਫੋਂ ਟੈਕਸ ਇਕੱਤਰ ਕੀਤਾ ਸੀ। ਜੋ ਵੀ ਕਰ, ਟੈਕਸ ਕੀ ਹੁੰਦਾ ਹੈ, ਕਰ ਜੋ ਵੀ ਇਕੱਠਾ ਕਰਦਾ ਸੀ। ਦ ਕਲੈਕਟ ਟੈਕਸ ਵਰ ਐਸ ਫੋਲੋ, ਸੋ ਹੁਣ ਜੋ ਕਲੈਕਟਰ ਟੈਕਸ ਇਸ ਪ੍ਰਕਾਰ ਸਨ, ਜੋ ਟੈਕਸ ਇਕੱਠਾ ਕਰਦੇ ਸੀ, ਜੋ ਕਰ ਲਗਾਉਂਦੇ ਸੀ ਉਹ ਇਸ ਪ੍ਰਕਾਰ ਹਨ। ਸਭ ਤੋਂ ਫਸਟ ਹੈ ਭਾਗ ਔਰ ਅਸ਼ਯੋਰ ਵਾਜ਼ ਅ ਟੈਕਸ ਔਨ ਕ੍ਰੌਪਸ, ਭਾਗ ਜਾਂ ਹਿੱਸਾ ਫਸਲਾਂ ਉੱਤੇ ਟੈਕਸ ਸੀ। ਇਟ ਵਾਜ਼ ਫਿਕਸਡ ਐਟ 1/6 ਆਫ ਦ ਟੋਟਲ ਪ੍ਰੋਡਕਸ਼ਨ ਬਾਏ ਦ ਫਾਰਮਰਸ, ਇਹ ਕਿਸਾਨਾਂ ਦੁਆਰਾ ਕੁੱਲ ਉਤਪਾਦਨ ਦੇ 6ਵੇਂ ਹਿੱਸੇ 'ਤੇ ਨਿਰਧਾਰਿਤ ਕੀਤਾ ਜਾਂਦਾ ਸੀ। ਐਨੀਮਲਸ ਐਂਡ ਐਨੀਮਲ ਪ੍ਰੋਡਿਊਸ ਵਰ ਕਲੈਕਟਡ ਐਜ਼ ਅ ਫਾਰਮ ਆਫ ਦ ਟੈਕਸ ਫਰੋਮ ਹਰਡਰਸ, ਪਸ਼ੂ ਅਤੇ ਪਸ਼ੂ ਉਤਪਾਦ ਪਸ਼ੂਆਂ ਤੋਂ ਕਰ ਦੇ ਰੂਪ ਵਿੱਚ ਇਕੱਠੇ ਕੀਤੇ ਗਏ ਸਨ, ਹੈ ਨਾ, ਉਹਨਾਂ ਤੋਂ ਵੀ ਟੈਕਸ ਲਿਆ ਜਾਂਦਾ ਸੀ। ਕ੍ਰਾਫਟਸਮੈਨ ਆਲਸੋ ਪੇਡ ਦਾ ਟੈਕਸ ਬਾਈ ਵਰਕਿੰਗ ਫॉर ਅ ਡੇ ਇਨ ਐਵਰੀ ਮੰਥ ਫॉर ਦ ਕਿੰਗ, ਸ਼ਿਲਪਕਾਰੀ ਕਰਨ ਵਾਲੇ ਵੀ ਸੀ ਉਹ ਹਰ ਮਹੀਨੇ ਵਿੱਚ ਇੱਕ ਦਿਨ ਰਾਜੇ ਦੇ ਲਈ ਕੰਮ ਕਰਕੇ ਟੈਕਸ ਅਦਾ ਕਰਦੇ ਸਨ, ਉਹਨਾਂ ਨੇ ਵੀ ਟੈਕਸ ਅਦਾ ਕੀਤਾ, ਕਰ ਅਦਾ ਕੀਤਾ। ਦ ਰਾਜਾ ਕਲੈਕਟਡ ਫੋਰੈਸਟ ਪ੍ਰੋਡਿਊਸ ਫਰੋਮ ਹੰਟਰਸ ਐਂਡ ਗੈਦਰਰਸ, ਰਾਜੇ ਨੇ ਸ਼ਿਕਾਰੀਆਂ ਤੇ ਇਕੱਠਰ ਕਰਨ ਵਾਲਿਆਂ ਤੋਂ ਜੰਗਲ ਦੀ ਉਪਜ ਇਕੱਠੀ ਕੀਤੀ। ਗੁੱਡਸ ਦੈਟ ਵਰ ਬੌਟ ਐਂਡ ਸੋਲਡ ਥਰੂ ਟ੍ਰੇਡ ਵਰ ਆਲਸੋ ਟੈਕਸੇਬਲ, ਸੋ ਕਹਿੰਦੇ ਵਪਾਰ ਦੁਆਰਾ ਖਰੀਦਿਆ ਤੇ ਵੇਚਿਆ ਗਿਆ ਮਾਲ ਵੀ ਟੈਕਸ ਯੋਗ ਸੀ, ਟੈਕਸੇਬਲ ਕਰ ਯੋਗ ਜਾਂ ਟੈਕਸ ਯੋਗ ਸੀ। ਨਾਓ ਇੰਪਰੂਵਡ ਐਗਰੀਕਲਚਰ, ਹੁਣ ਅਸੀਂ ਗੱਲ ਕਰਾਂਗੇ ਖੇਤੀਬਾੜੀ ਵਿੱਚ ਜੋ ਸੁਧਾਰ ਕੀਤੇ ਗਏ, ਕਿਵੇਂ ਹੋਇਆ ਆਇਆ ਸੁਧਾਰ, ਉਸ ਬਾਰੇ ਪੜਾਂਗੇ। ਵਿਦ ਇਨਕਰੀਜ਼ਡ ਯੂਜ਼ ਆਫ ਆਇਰਨ ਟੂਲਸ, ਲੋਹੇ ਦੇ ਸੰਦਾਂ ਦੀ ਵੱਧ ਰਹੀ ਵਰਤੋਂ ਦੇ ਨਾਲ ਦੇਰ ਵਾਜ਼ ਅ ਗ੍ਰੇਟ ਇੰਪਰੂਵਮੈਂਟ ਇਨ ਐਗਰੀਕਲਚਰ, ਖੇਤੀਬਾੜੀ ਦੇ ਵਿੱਚ ਵੀ ਇੱਕ ਵੱਡਾ ਸੁਧਾਰ ਹੋਇਆ। ਦ ਆਇਰਨ ਪਲਾਫ ਸ਼ੀਅਰਸ ਡਿਸਪਲੇਸਡ ਵੂਡਨ ਪਲਾਫ ਸ਼ੀਅਰਸ, ਸੋ ਕਹਿੰਦੇ ਕਿ ਆਇਰਨ ਪਲਾਅ ਸ਼ੀਅਰਸ, ਆਇਰਨ ਯਾਨੀ ਕਿ ਲੋਹਾ, ਲੋਹੇ ਦੀ ਹਲ ਦੇ ਪੱਤੀ ਨੇ ਡਿਸਪਲੇਸਡ ਯਾਨੀ ਕਿ ਜਗ੍ਹਾ ਲੈ ਲਈ ਕਿਸ ਦੀ, ਵੂਡਨ ਪਲਾਅ ਸ਼ੀਅਰਸ, ਸ਼ੀਅਰਸ ਹੁੰਦਾ ਪੱਤੀ, ਪਲਾਅ ਹੁੰਦਾ ਹੈ ਹਲ, ਲੱਕੜ ਆਪਣੇ ਵੁਡਨ ਜਿਹੜੀ ਹੁੰਦੀ ਹੈ ਲੱਕੜ ਦੀ, ਜੋ ਹਲ ਦੀ ਪੱਤੀ ਹੁੰਦੀ ਹੈ ਨਾ ਉਹ ਲੱਕੜ ਦੀ ਬਣੀ ਹੁੰਦੀ ਸੀ ਪਹਿਲਾਂ, ਪਰ ਜਦੋਂ ਲੋਹੇ ਦੀ ਵਰਤੋਂ ਹੋਣ ਲੱਗੀ ਤਾਂ ਉਹ ਜਿਹੜੀ ਪੱਤੀ ਹੁਣ ਅਸੀਂ ਦੇਖਦੇ ਹਾਂ ਲੋਹੇ ਦੀ ਹੈ, ਫਿਰ ਲੋਹੇ ਦੀ ਸ਼ੁਰੂ ਹੋਈ, ਪਹਿਲਾਂ ਲੱਕੜ ਦੀ ਵਰਤੀ ਜਾਂਦੀ ਸੀ। ਨਾਓ clay soil could be turned over better by deep ploughing due to the stronger plough shears, ਹੁਣ ਮਿੱਟੀ ਨੂੰ ਉਲਟਾਉਣਾ ਜਾਂ ਪਲਟਾਉਣਾ, ਟਰਨਡ ਓਵਰ ਉਲਟਾਉਣਾ ਜਾਂ ਪਲਟਾਉਣਾ ਹੋਰ ਵੀ ਬਿਹਤਰ ਹੋ ਗਿਆ ਸੀ, ਹੈ ਨਾ, ਮਿੱਟੀ ਨੂੰ ਪੋਲਾ ਕਰਨਾ, ਪਲੋਇੰਗ ਕਰਨਾ, ਕਿਉਂਕਿ ਲੋਹੇ ਦੇ ਹਲ ਦੀ ਪੱਤੀ ਦੀ ਵਰਤੋਂ ਹੋਣ ਲੱਗ ਪਈ ਸੀ। ਸੋ ਦਿਸ ਬ੍ਰੌਟ ਅਬਾਊਟ ਅ ਡਰਾਸਟਿਕ ਰਾਈਜ਼ ਇਨ ਕ੍ਰੌਪ ਪ੍ਰੋਡਕਸ਼ਨ, ਸੋ ਇਸ ਨਾਲ ਫਸਲਾਂ ਦੇ ਉਤਪਾਦਨ ਵਿੱਚ ਵੀ ਭਾਰੀ ਵਾਧਾ ਹੋਇਆ। ਦ ਸੈਕਿੰਡ ਇੰਪੋਰਟੈਂਟ ਚੇਂਜ ਵਾਜ਼ ਅ ਪ੍ਰੈਕਟਿਸ ਆਫ ਟਰਾਂਸਪਲਾਂਟਿੰਗ ਪੈਡੀ, ਹੁਣ ਕਹਿੰਦੇ ਕਿ ਦੂਜੀ ਮਹੱਤਵਪੂਰਨ ਤਬਦੀਲੀ ਝੋਨੇ ਦੀ ਬਿਜਾਈ ਕਰਨ ਦੀ ਸੀ। ਇਨ ਦਿਸ ਮੈਥਡ, ਇਸ ਢੰਗ ਦੇ ਨਾਲ, ਇਸ ਢੰਗ ਵਿੱਚ ਕੀ ਸੀ, ਇੰਸਟੈਡ ਆਫ ਸਕੈਟਰਿੰਗ ਸੀਡਸ ਔਨ ਦਾ ਗਰਾਊਂਡ,
ਜ਼ਮੀਨ ਦੇ ਉੱਤੇ ਬੀਜ ਬਿਖੇਰਨ ਦੀ ਥਾਂ ਕਹਿੰਦੇ ਉਸਦੇ ਬਿਖੇਰਨ ਦੀ ਬਜਾਏ ਸੈਪਲਿੰਗਸ ਵਰ ਗਰੋਨ। ਸੈਪਲਿੰਗਸ ਕੀ ਹੁੰਦਾ ਹੈ? ਨਵਾਂ ਪੌਦਾ, ਕੋਈ ਬੂਟੇ ਪੌਦੇ ਹੈ ਨਾ, ਉਹਨਾਂ ਨੂੰ ਉਗਾਇਆ ਗਿਆ। ਜ਼ਮੀਨ 'ਤੇ ਬਿਖੇਰਨ ਦੀ ਥਾਂ ਬੀਜਾਂ ਨੂੰ ਨਵੇਂ ਬੂਟੇ ਉਗਾਏ ਗਏ। ਐਂਡ ਦੈਨ ਵਰ planted in the fields and then healthy saplings were planted in the fields। ਹੁਣ ਜਿਹੜੇ ਤਾਂ ਪੌਦੇ ਉਗਣੇ ਸ਼ੁਰੂ ਹੋ ਗਏ, ਹਾਂ ਵੀ ਹੈਲਦੀ ਸੀ, ਠੀਕ ਹੈ, ਉਹਨਾਂ ਨੂੰ ਹੁਣ ਵਧੀਆ ਬੂਟੇ ਵਿੱਚ ਖੇਤ ਵਿੱਚ ਲਗਾਏ ਗਏ। ਜਿਹੜੇ ਵਧਣ ਫੁੱਲਣ ਵਾਲੇ ਸੀਗੇ ਪੌਦੇ, ਉਹਨਾਂ ਨੂੰ ਖੇਤਾਂ ਦੇ ਵਿੱਚ ਲਗਾਇਆ ਗਿਆ। This also led to an increase in production। ਇਸ ਨਾਲ ਉਤਪਾਦਨ ਦੇ ਵਿੱਚ ਵਾਧਾ ਹੋਇਆ। It was tough work and done by slave men and women and landless agriculture laborers। ਕੰਮਕਾਰਸ ਕਹਿੰਦੇ ਨੇ, ਕੰਮਕਾਰਸ ਤੇ ਵੂਮਨ ਐਂਡ ਮੈਨ, ਸਲੇਵ ਮੈਨ ਐਂਡ ਵੂਮਨ ਨੂੰ ਕੀ ਕਹਿੰਦੇ? ਦਾਸ ਅਤੇ ਦਾਸੀ। ਸੋ ਕਹਿੰਦੇ ਇਹ ਸਖਤ ਕੰਮ ਸੀ, ਬਹੁਤ ਮਿਹਨਤ ਵਾਲਾ ਕੰਮ ਸੀ, ਤੇ ਗੁਲਾਮ ਔਰਤਾਂ ਯਾਨੀ ਕਿ ਦਾਸੀਆਂ ਤੇ ਆਦਮੀ ਯਾਨੀ ਕਿ ਦਾਸ, ਉਹਨਾਂ ਵੱਲੋਂ ਇਹ ਕੀਤਾ ਜਾਂਦਾ ਸੀ। ਜਾਂ ਫਿਰ ਹੋਰ ਕੌਣ ਕਰਦੇ ਸੀ? ਬੇਜ਼ਮੀਨੇ ਖੇਤੀ ਮਜ਼ਦੂਰ, ਲੈਂਡਲੈਸ ਯਾਨੀ ਕਿ ਬੇਜ਼ਮੀਨੇ, ਬਿਨਾਂ ਜ਼ਮੀਨ ਵਾਲੇ ਜਿਹੜੇ ਐਗਰੀਕਲਚਰਲ ਲੇਬਰਰਸ, ਕੰਮਕਾਰਸ ਨਾ, ਕੰਮ ਕਰਨ ਵਾਲੇ ਮਜ਼ਦੂਰ, ਉਹ ਕਰਦੇ ਸਨ। ਵਿਦ ਦਿਸ ਮੈਥਡ, ਇਸ ਵਿਧੀ ਦੇ ਨਾਲ ਵਰਕ ਇਨਕਰੀਜ਼ਡ, ਕੰਮ ਵਧਿਆ, ਬਟ ਸੋ ਡਿਡ ਦਾ ਪ੍ਰੋਡਕਸ਼ਨ ਆਫ ਕ੍ਰੌਪਸ, ਪਰ ਇਸ ਤਰ੍ਹਾਂ ਫਸਲਾਂ ਦਾ ਉਤਪਾਦਨ ਹੋਇਆ। Now there are MCQs। First is the tax on crops was fixed at dash of the total production। So ਅਸੀਂ ਪੜ੍ਹਿਆ ਸੀ ਕਿ ਜੋ ਟੈਕਸ ਹੈ, it was fixed, ਟੈਕਸ ਔਨ ਕ੍ਰੌਪ, ਜਿਹੜਾ ਫਸਲਾਂ ਦੇ ਉੱਤੇ ਟੈਕਸ ਲਗਾਇਆ ਜਾਂਦਾ ਸੀ, ਕਰ ਲਗਾਇਆ ਜਾਂਦਾ ਸੀ, it was fixed at 1/6 ਹੈ ਨਾ, 1/6 ਭਾਗ ਜਿਹੜਾ ਹੁੰਦਾ ਸੀਗਾ ਪੂਰੀ ਪ੍ਰੋਡਕਸ਼ਨ ਦਾ, ਜਿੰਨੀ ਵੀ ਉਤਪਾਦਨ ਹੋਈ ਉਸਦਾ ਕਿੰਨਾ ਹਿੱਸਾ ਸੀ? 1/6 ਹੈ ਨਾ, 1/6। ਸੈਕਿੰਡ ਹੈ ਲੈਂਡਲੈਸ ਐਗਰੀਕਲਚਰਲ ਲੇਬਰਰਸ ਵਰ ਕਾਲਡ। ਜਿਹੜੇ ਲੈਂਡਲੈਸ ਬੇਜ਼ਮੀਨੇ ਖੇਤੀ ਮਜ਼ਦੂਰ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਦਾਸੀ, ਦਾਸ, ਔਰ ਕੰਮਕਾਰਸ।